आकाशवाणी चंडीगढ़ तो पेश है समाचार दर्शन। ਅੱਜ ਦੇ ਅੰਕ ਵਿੱਚ ਸ਼ਾਮਲ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਹਾੜੇ ਮੌਕੇ ਬੀਜੇਪੀ ਵੱਲੋਂ ਮਨਾਇਆ ਜਾ ਰਿਹਾ ਸੇਵਾ ਸਪਤਾਹ, ਆਤਮ ਨਿਰਭਰ ਭਾਰਤ ਅਭਿਆਨ ਤਹਿਤ ਕੁਝ ਨਵਾਂ ਕਰਨ ਵਾਲੇ ਵਿਅਕਤੀਆਂ ਨਾਲ ਗੱਲਬਾਤ, ਪੋਸ਼ਣ ਮਾਹ ਦੌਰਾਨ ਵੱਖ-ਵੱਖ ਥਾਈਂ ਚੱਲ ਰਹੇ ਜਾਗਰੂਕਤਾ ਪ੍ਰੋਗਰਾਮ ਅਤੇ ਖੇਤੀਬਾੜੀ ਬਾਰੇ ਆਰਡੀਨੈਂਸਾਂ ਤੇ ਅਗਾਂਹਵਧੂ ਕਿਸਾਨਾਂ ਦੀ ਰਾਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਹਾੜੇ ਨੂੰ ਸੇਵਾ ਸਪਤਾਹ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬੀਜੇਪੀ ਦੇ ਕਾਰਕੁਨਾਂ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਸਮਾਜ ਦੀ ਸੇਵਾ ਕੀਤੀ ਜਾ ਰਹੀ ਹੈ। ਮੋਹਾਲੀ ਤੋਂ ਬੀਜੇਪੀ ਦੇ ਜਨਰਲ ਸਕੱਤਰ ਨਰਿੰਦਰ ਸਿੰਘ ਰਾਣਾ ਨੇ ਆਕਾਸ਼ਵਾਣੀ ਦੇ ਪੱਤਰਕਾਰ ਮਨੋਜ ਗਿਰਦਰ ਨੂੰ ਦੱਸਿਆ, ਸਭ ਤੋਂ ਪਹਿਲਾਂ ਤਾਂ ਮੈਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਵਸ ਤੇ ਦੇਸ਼ ਵਾਸੀਆਂ ਨੂੰ ਲੱਖ-ਲੱਖ ਵਧਾਈਆਂ ਦਿੰਦਾ, ਸ਼ੁਭਕਾਮਨਾਵਾਂ ਦਿੰਦਾ ਤੇ ਮੈਂ ਇਹ ਦੱਸਣਾ ਵੀ ਚਾਹੁੰਦਾ ਹਾਂ ਕਿ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮੋਹਾਲੀ ਵੱਲੋਂ ਇਸ ਮੌਕੇ 70 ਥਾਵਾਂ ਤੇ ਬੂਟੇ ਲਗਾ ਕੇ, 70 ਥਾਵਾਂ ਤੇ ਮਾਸਕ ਵੰਡ ਕੇ ਤੇ 70 ਥਾਵਾਂ ਤੇ ਫਲ ਫਰੂਟ ਵੰਡ ਕੇ ਤੇ ਬਹੁਤ ਸਾਰੀਆਂ ਥਾਵਾਂ ਤੇ ਬਲੱਡ ਡੋਨੇਸ਼ਨ ਕੈਂਪ ਲਗਾ ਕੇ ਅੰਗਹੀਣਾਂ ਨੂੰ ਉਹਨਾਂ ਦੇ ਜਿਹੜੇ ਜ਼ਰੂਰੀ ਅੰਗ ਹੈ ਉਹ ਪ੍ਰਦਾਨ ਕਰਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਇਹ ਸਾਰੇ ਪ੍ਰੋਗਰਾਮ ਰਹਿਣਗੇ। ਸਾਡੇ ਪੱਤਰਕਾਰ ਨੇ ਵੱਖ-ਵੱਖ ਕੰਮਾਂ 'ਚ ਲੱਗੇ ਲੋਕਾਂ ਤੋਂ ਪ੍ਰਧਾਨ ਮੰਤਰੀ ਵੱਲੋਂ ਚੁੱਕੇ ਕਦਮਾਂ ਤੇ ਉਹਨਾਂ ਦੇ ਵਿਚਾਰ ਪੁੱਛੇ ਤਾਂ ਖਰੜ ਦੇ ਇੱਕ ਦੁਕਾਨਦਾਰ ਨੇ ਕਿਹਾ, ਜੋ ਜੀਐਸਟੀ ਦਾ ਕੰਮ ਕਰਿਆ ਮੋਦੀ ਜੀ ਨੇ ਬਹੁਤ ਹੀ ਵਧੀਆ ਕੰਮ ਕਰਿਆ ਹੈ। ਪਹਿਲਾਂ ਸਾਰੇ ਸਟੇਟਾਂ ਵਿੱਚ ਅਲੱਗ-ਅਲੱਗ ਟੈਕਸ ਹੁੰਦੇ ਸੀ, ਮਾਲ ਮੰਗਾਉਣ ਦੀ ਬਹੁਤ ਮੁਸ਼ਕਲ ਆਉਂਦੀ ਸੀ। ਹੁਣ ਸਾਰੇ ਇਹਨਾਂ ਨੇ ਪ੍ਰੋਬਲਮ ਸੋਲਵ ਕਰਤੀ ਹੈ, ਜਿੱਥੋਂ ਮਰਜ਼ੀ ਮਾਲ ਮੰਗਾਈਏ ਕੋਈ ਦਿੱਕਤ ਨਹੀਂ ਹੈਗੀ ਜੀ। ਚੀਨ ਆ ਜਾਂ ਪਾਕਿਸਤਾਨ ਆ ਜੀ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਅੱਗੇ ਵਾਲਾ ਕੰਮ ਕੋਈ ਨਹੀਂ ਰਿਹਾ, ਹੁਣ ਪੂਰਾ ਡਟ ਕੇ ਜਵਾਬ ਦਿਆ ਜਾਊਗਾ। ਜੇ ਲੜਾਈ ਹੁੰਦੀ ਹੈ ਕੋਈ ਇਹੋ ਜਿਹੀ ਗੱਲ ਕੋਈ ਨਹੀਂ। ਕਿਸਾਨਾਂ ਵਾਸਤੇ ਬਹੁਤ ਵਧੀਆ ਹੋ ਰਿਹਾ ਜੀ, ਫੌਜੀਆਂ ਵਾਸਤੇ ਬਣ ਪੈਨਸ਼ਨ ਦਾ ਕੰਮ ਬਹੁਤ ਵਧੀਆ ਜੀ। ਗਰੀਬ ਬੰਦਿਆਂ ਨੂੰ ਬਹੁਤ ਫਾਇਦਾ ਹੋ ਰਿਹਾ ਜੀ, ਜਿਹੜੇ ਨਹੀਂ ਮਕਾਨ ਲੈ ਸਕਦੇ ਸੀ ਉਹਨਾਂ ਨੂੰ ਜਿਹੜੀ ਸਪੋਰਟ ਦੇਈ ਜਾ ਰਹੀ ਹੈ ਫਾਈਨੈਂਸ਼ੀਅਲੀ ਬਹੁਤ ਫਾਇਦਾ ਹੋ ਰਿਹਾ ਜੀ ਉਹਨਾਂ ਦਾ। ਗਰੀਬ ਆਦਮੀ ਵੀ ਆਪਣਾ ਘਰ ਬਣਾ ਸਕਦਾ ਹੁਣ। ਜਨ ਔਸ਼ਧੀ ਕੇਂਦਰ 'ਚ ਕੰਮ ਕਰਦੀ ਗੁਰਵਿੰਦਰ ਕੌਰ ਨੇ ਕਿਹਾ, ਇਹ ਮੋਦੀ ਸਰਕਾਰ ਨੇ ਖੋਲੀ ਹੋਈ ਹੈ ਜਨ ਔਸ਼ਧੀ, ਘੱਟ ਰੇਟ ਤੇ ਦਵਾਈਆਂ ਮਿਲਦੀਆਂ ਤੇ ਬਹੁਤ ਫਰਕ ਹੈ ਜੀ। ਕਈਆਂ 'ਚ ਹਾਫ ਦਾ ਮਾਰਜਨ ਹੁੰਦਾ, ਕਈਆਂ ਤੋਂ ਤਾਂ ਜ਼ਿਆਦਾ ਵੀ ਹੈਗਾ ਤੇ ਬਾਕੀ ਪੇਸ਼ੈਂਟ ਆਉਂਦੇ ਆ, ਕਈ ਅਗਲੇ ਕਹਿੰਦੇ ਸਾਨੂੰ ਅਸੀਂ ਬਾਹਰੋਂ ਨਹੀਂ ਅਫੋਰਡ ਕਰ ਸਕਦੇ। ਬਾਕੀ ਦਵਾਈਆਂ ਇਫੈਕਟਿਡ ਹੈ, ਅਸਰ ਕਰਦੀਆਂ ਦਵਾਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਆਤਮ ਨਿਰਭਰ ਭਾਰਤ ਦੇ ਸੱਦੇ ਨੇ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਵੀ ਆਤਮ ਨਿਰਭਰ ਬਣਨ ਵੱਲ ਤੁਰਨ ਲਈ ਪ੍ਰੇਰਿਤ ਕੀਤਾ ਹੈ। ਫਰੀਦਾਬਾਦ ਜ਼ਿਲ੍ਹੇ ਦੀ ਇੱਕ ਨੌਜਵਾਨ ਮਹਿਲਾ ਉਦਮੀ ਏਕਤਾ रमन ने इस पे अपने विचार रखदियां कहा, मैं एकता रमन बोल रही हूँ फरीदाबाद से और मैं एक एंटरप्रेन्योर हूँ और एक पब्लिसिस्ट हूँ। और मैंने अपनी 22 साल की कॉर्पोरेट में नौकरी के बाद जब ये निर्णय लिया कि मैं अपना काम शुरू करना चाहती हूँ, तब आज से 4 वर्ष पहले मुझे बहुत से लोगों ने कहा कि ये मुश्किल है, लेकिन मोदी सरकार की नई योजनाओं की मदद से और चाहे वो बेटी बचाओ बेटी पढ़ाओ हो, सिलाई मशीन योजना हो और अब ये जो आत्मनिर्भर प्रोजेक्ट है, जो ये स्कीम है जो एंटरप्रेन्योर्स के लिए बहुत ही फायदेमंद है। मुझे सिर्फ इतना मालूम है कि इस सरकार ने महिलाओं के बारे में सोचा है, मेरे बारे में सोचा है और मैं जितना कॉन्फिडेंस के साथ ये कह सकती हूँ कि मोदी सरकार हमारे लिए वो सब कर रही है जो इससे पहले किसी ने नहीं किया और मुझे आत्मनिर्भर बना रही है। अगर मैं इस घर की महिला आत्मनिर्भर बनती हूँ तो मैं अपने पूरे परिवार को आत्मनिर्भर बना सकती हूँ। ਲੱਕੜ ਤੋਂ ਨਵੇਕਲੀ ਕਿਸਮ ਦਾ ਸਾਈਕਲ ਤਿਆਰ ਕਰਨ ਵਾਲੇ ਧਨੀਰਾਮ ਸੱਗੂ ਨੇ ਸਾਡੀ ਪੰਚਕੂਲਾ ਵਾਲੀ ਪੱਤਰਕਾਰ ਸੁਮਨ ਸ਼ਰਮਾ ਨਾਲ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ, लॉकडाउन के अंदर सारी दुनिया परेशान थी, उस टाइम मैं भी परेशान था, तो मैंने सोचा मेरे पास थोड़ी स्क्रैप पड़ी थी तो मैंने उसके अंदर लकड़ की एक साइकिल तैयार की, जिसको बनाने के लिए मुझे 4 महीने लगे। तो ये लकड़ी की साइकिल पहले मैंने प्लाई बोर्ड के अंदर तैयार की थी, उसके अंदर मैं सक्सेस नहीं हुआ, तो फिर मैंने ये लकड़ के अंदर तैयार की, उसमें भी 75% मैं सक्सेस था। और अब जो मैंने फाइनली लकड़ की साइकिल बनाई है इसमें मैं 100% सक्सेस हूँ। जैसे कि हमारे प्रधानमंत्री नरेंद्र मोदी जी ने सब लोगों को एक संदेश दिया था कि आत्मनिर्भर बने, मैं उनके संदेश से बहुत ही प्रभावित हुआ और मैंने अपने ऊपर आत्मनिर्भर होने की कोशिश की, तो ये मेरी कोशिश कामयाब रही। आज इस वुडन साइकिल की पूरी दुनिया में चर्चे हैं, मुझे देश विदेशों से कॉल्स आ रही हैं
और इसके बहुत ही ऑर्डर भी मिल रहे हैं। ਦੇਸ਼ ਭਰ 'ਚ ਚੱਲ ਰਹੇ ਪੋਸ਼ਣ ਮਾਹ ਦੌਰਾਨ ਲੋਕਾਂ ਨੂੰ ਪੋਸ਼ਣ ਬਾਰੇ ਕਿਵੇਂ ਜਾਗਰੂਕ ਕੀਤਾ ਜਾ ਰਿਹਾ ਹੈ, ਇਹ ਜਾਣਨ ਲਈ ਇਸ ਕੰਮ 'ਚ ਲੱਗੇ ਅਧਿਕਾਰੀਆਂ ਤੇ ਇਸ ਅਭਿਆਨ ਦਾ ਲਾਭ ਲੈਣ ਵਾਲਿਆਂ ਨਾਲ ਗੱਲਬਾਤ ਕੀਤੀ ਗਈ। पंचकूला दी जिला प्रोग्राम अधिकारी सरी विशिष्ट ने दस्या, इस माह में हम लोग आंगनवाड़ी सेंटर्स में आने वाले बेनिफिशियरीज के बच्चों का वजन और उनकी हाइट ले रहे हैं। प्रेग्नेंट एंड लैक्टेटिंग औरतों के हेल्थ चेकअप करा रहे हैं और उनका भी वजन लिया जा रहा है, उनका HB चेक कराया जा रहा है। पोषण माह में हम लोग पोषण से रिलेटेड रेसिपीज, जिसमें कि वो कम लागत में अपने कैसे पौष्टिक खाना बना सकते हैं, जैसे कि खिचड़ी हुई। खिचड़ी में सिर्फ खिचड़ी को खिचड़ी की तरह ना लेके उसमें 3-4 दालें मिक्स करें, चावल के साथ साथ उसमें कुछ सब्जियां भी मिला सकते हैं और इससे आप जो है खिचड़ी को और ज़्यादा न्यूट्रिटिव बना सकते हैं। लोहे की कढ़ाई का इस्तेमाल बताया जा रहा है। चना और गुड़ खा के हम लोग अपना खून को कैसे बढ़ा सकते हैं। इसके अलावा हम लोग प्लांटेशन के बारे में भी लोगों को जागरूक कर रहे हैं, क्योंकि पेड़ लगाएंगे तभी हम अपने जीवन को सुरक्षित बना पाएंगे। इस बारे प्रोजेक्ट अधिकारी कमलेश चौहान ने कहा कि पोषण माह जन अंदोलन के रूप में मनाया जा रहा है। इस पोषण माह का उद्देश्य अति कुपोषित बच्चों की पहचान करके उन्हें स्वास्थ्य लाभ प्रदान करना तथा पोषण वाटिका में पौधारोपण को बढ़ावा देना है। कुपोषित बच्चों की पहचान के लिए आंगनवाड़ी केंद्रों में घर घर जाकर लगभग 22 लाख बच्चों का वजन किया जाएगा व उनकी लंबाई मापी जाएगी, जिसमें अति कुपोषित बच्चों को चिन्हित किया जाएगा। कुपोषित बच्चों के माता पिता को भी उनके भोजन में किन किन पौष्टिक तत्वों को शामिल करना है और बच्चों को कुपोषण से सामान्य वर्ग में कैसे लाया जाए, ये भी बताया जाएगा। पोषण वाटिका का कार्य 2100 आंगनवाड़ी सेंटर में सुचारू रूप से चल रहा है तथा इस पोषण माह के दौरान लोगों में फल और सब्जियों को उगाने के लिए भी प्रोत्साहित किया जाएगा। इस माह के दौरान 3 लाख गर्भवती व स्तनपान करने वाली महिलाओं को पौष्टिक आहार व बच्चे की देखभाल व स्वास्थ्य सफाई के बारे में भी बताया जाएगा। इस माह का मुख्य उद्देश्य हरियाणा को कुपोषण मुक्त करना है। जागरूकता प्रोग्राम शामिल होने वाली पंचकूला जिले के जैथल पिंडी चंचल देवी ने अपना तजर्बा साझा करदिया कहा, हमारे गांव जैथल में इस वक्त पोषण अभियान चल रहा है। हमारी आंगनवाड़ी कार्यकर्ता द्वारा हमें पोषण के बारे में भरपूर जानकारी दी जा रही है। हमें फल सब्जियों के बारे में बताया जा रहा है, हमारे बच्चों का वजन किया जा रहा है और मेरे बच्चे को ऊपरी आहार के बारे में बताया है और उन्होंने मेरे बच्चे की हाइट भी की है और बहुत सी जानकारी प्राप्त हो रही है, जैसे कि बच्चों को खाने में क्या क्या चीजें जो हमें घर में उपलब्ध हो, जैसे कि गुड़, चना, घर में बनी हुई दाल, सब्जी, रोटी, ऐसी चीजों के बारे में बताया जा रहा है जो कम लागत में हमारे घर में उपलब्ध है। मोहाली जिले तो अगावधू किसान संदीप राणा ने खेतीबाड़ी बारे आर्डीनेंसां ते कहा, ਜਿਹੜੇ ਸਰਕਾਰ ਨੇ 3 ਆਪਣਾ ਆਰਡੀਨੈਂਸ ਪਾਸ ਕਰੇ ਹੈ, ਬਹੁਤ ਵਧੀਆ ਕਰੇ। ਕਿਸਾਨਾਂ ਲਈ ਇਹ ਵਰਦਾਨ ਹੈ। ਆਉਂਦਾ ਟਾਈਮ ਕਿਸਾਨਾਂ ਦਾ ਹੀ ਹੈ ਤੇ ਕਿਸਾਨੀ ਦਾ। ਇਸ 'ਚ ਸਾਨੂੰ ਇਹ ਪ੍ਰੋਫਿਟ ਹੋ ਗਿਆ ਵੀ ਆਪਾਂ ਆਪਣੀ ਫਸਲ ਕਿਤੇ ਵੀ ਜਾ ਕੇ ਵੇਚ ਸਕਦੇ ਹਾਂ ਆਨਲਾਈਨ। ਇਸ 'ਚ ਜਿਹੜੀ ਪਾਰਟੀ ਹੈ ਸਾਡੀ ਆਪੇ ਚੱਕ ਕੇ ਲੈ ਕੇ ਜਾਊਗੀ, ਸਾਡੇ ਟਰਾਂਸਪੋਰਟ ਦਾ ਖਰਚਾ ਬਚੂਗਾ। ਇਹਦੇ 'ਚ ਸਾਡਾ ਇਹ ਫਾਇਦਾ ਹੈ ਵੀ ਅਸੀਂ ਆਪਣੀ ਫਸਲ ਕਿਤੇ ਵੀ ਜਾ ਕੇ ਵੇਚ ਸਕਦੇ ਹਾਂ ਵਧੀਆ ਭਾਅ। ਚੰਜੇੜੀ ਪਿੰਡ ਤੋਂ ਅਗਾਵਧੂ ਕਿਸਾਨ ਨਰਿੰਦਰ ਨੇ ਵੀ ਇਨ੍ਹਾਂ ਆਰਡੀਨੈਂਸਾਂ ਨੂੰ ਕਿਸਾਨਾਂ ਲਈ ਲਾਹੇਵੰਦ ਦੱਸਿਆ ਹੈ। ਮੈਂ ਨਰਿੰਦਰ ਸਿੰਘ ਤੇ ਮੈਂ ਇੱਕ ਕਿਸਾਨ ਆ। ਮੇਰਾ ਪਿੰਡ ਝੰਜੇੜੀ ਹੈ ਤੇ ਮੈਂ ਸਮਰਥਨ ਕਰਦਾ ਜੋ ਆਰਡੀਨੈਂਸ ਪਾਸ ਹੋਇਆ 3। ਇਸ ਦੇ ਤਹਿਤ ਜੋ ਮੇਰੀ ਫਸਲ ਹੈ ਉਸ ਨੂੰ ਮੈਂ ਕਿਸੇ ਵੀ ਜਿੱਥੇ ਮੇਰਾ ਵਧੀਆ ਮੁੱਲ ਮਿਲਦਾ ਹੋਵੇਗਾ ਉੱਥੇ ਵੇਚ ਸਕਦਾ ਹੈ ਤੇ ਜਿਹੜੀ MSP ਦਾ ਕੋਈ ਉਹਦੇ 'ਚ ਕੋਈ ਉਹ ਰੋਲ ਨਹੀਂ ਹੈ। ਮੇਰੀ MSP ਵੀ ਉਸੇ ਤਰ੍ਹਾਂ ਸੁਰੱਖਿਅਤ ਹੈ। ਮੇਰੇ ਬੜਾ ਵਧੀਆ ਕਦਮ ਹੈ ਸਰਕਾਰ ਦਾ, ਮੈਂ ਇਸ ਦਾ ਸਮਰਥਨ ਕਰਦਾ। ਤੇ ਚਾਹੇ ਆਨਲਾਈਨ ਜਿਹੜੇ ਰੇਟਸ ਆ ਰਹੇ ਹੈ ਉਸ ਦੇ ਜ਼ਰੀਏ ਸਾਨੂੰ ਇਹ ਪਤਾ ਚੱਲ ਜਾਏਗਾ ਸਾਡਾ ਜਿਹੜੀ ਫਸਲ ਹੈ ਉਹ ਕਿੱਥੇ ਵੱਧ ਰੇਟ ਤੇ ਵਿਕ ਸਕਦੀ ਹੈ, ਅਸੀਂ ਉੱਥੇ ਆਪਣੀ ਫਸਲ ਨੂੰ ਵੇਚ ਸਕਦੇ ਹਾਂ। ਤੇ ਇਸ ਦੇ ਤਹਿਤ ਸਰਕਾਰ ਨੇ ਜੋ ਚੈਨਲਸ ਵੀ ਬਣਾਏ ਹੈ ਕੇਂਦਰ ਸਰਕਾਰ ਵੱਲੋਂ, ਉਸ ਤੇ ਵੀ ਰੇਟਸ ਆ ਰਹੇ ਆ ਡੇਲੀ। ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ। पेशकश अश्वनी कुमार शर्मा, वाचिका रतिका, पेशकारी सहायक मुनीश तिमान।